जन्म मरण दुख होवै सिफत खसमदि नूर अर सह कुर सह ਝਟੀਐ तुद डिठे सच्चे पातशाह मल जन्म जन्म दी कटीਐ सजन सच्चा पातशाहो सिर साहंद साहो जिस पास बैठिया सोहीਐ सबना दा वेसाहो। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੂਰੇ। ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਨਵ ਨਿਧ ਸਿਧ ਰਿਧ ਦੀਨੇ ਕਰਤੇ ਟੂਟ ਨ ਆਵੈ ਕਾਈ ਰਾਮ। ਖਾਤ ਖਰਚਤ ਬਿਲਸਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁੱਟ ਨ ਜਾਈ ਅੰਤਰ ਜਾਮੀ ਪਾਇਆ। ਕੋਟ ਬਿਗਨ ਸਗਲੇ ਉਠ ਨਾਠੇ ਦੁਖ ਨ ਨੇੜੇ ਆਇਆ। ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਵਾਈ। ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨਹਿ ਕੀਆ ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੈ ਸਾਧ ਸੰਗਤ ਸੰਗ ਬਣੀ। ਜਦੋਂ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ। 68 ਤੀਰਥ ਪੁਨ ਕਰਿਆ ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ।
ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕਵਣ ਕਰੀ ਜੈ ਰਾਮ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਨਾਮ ਦੀਜੈ ਦਾਨ ਕੀਜੈ, ਵਿਸਰ ਨਾਹੀ ਇਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨੰਦਿਨੋ। ਜਿਸ ਪ੍ਰੀਤ ਲਾਗੇ ਨਾਮ ਸਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਯਸ਼ ਪੁੰਨੀ, ਏਕ ਦਰਸ਼ਨ ਜੀਜੈ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਇਛ ਪੁੰਨੀ, ਏਕ ਦਰਸ਼ਨ ਜੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤ ਉਤਕ੍ਰਿਸ਼ਟ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਅੰਮ੍ਰਿਤ ਵੇਲੇ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਬਹੁਤ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਸਾਹਿਬ ਜੀ ਦੇ ਪਵਿੱਤਰ ਮੁਖ ਵਾਕ ਨੂੰ ਵਿਚਾਰਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਮੇਰੀ ਔਰ ਪੀਰੀ ਦੀਆਂ ਸ਼ਮਸ਼ੀਰਾਂ ਤੇਗਾਂ ਆਪਣੇ ਗਾਤਰੇ ਧਾਰਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਦਇਆਨਿਧ ਸੁਆਮੀ ਜੀ ਨੇ ਜਿੱਥੇ ਸ੍ਰੀ ਦਰਬਾਰ ਸਾਹਿਬ ਅੰਦਰ ਗੁਰਬਾਣੀ ਦਾ ਰਸ ਭਿੰਨੜਾ ਕੀਰਤਨ ਹੁੰਦਾ ਹੈ, ਨੱਥੇ ਤੇ ਅਬਦੁੱਲੇ ਵਰਗੇ ਢਾਡੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਤਿਨਾਂ ਪਾਸੋਂ ਸੂਰਬੀਰ ਬਹਾਦਰ ਯੋਧਿਆਂ ਦੀਆਂ ਵਾਰਾਂ ਮਹਾਰਾਜ ਜੀ ਨੇ ਗਵਾਈਆਂ, ਤਾਂ ਜੋ ਆਪਣਿਆਂ ਸਿੱਖਾਂ ਵਿੱਚ ਵੀਰ ਰਸ ਦੀ ਬਿਰਤੀ ਨੂੰ ਫੂਕ ਸਕਣ, ਭਰ ਸਕਣ। ਨਾਲੇ ਤਖਤ ਰਾਜਸੀ ਸੱਤਾ ਦਾ ਚਿੰਨ੍ਹ ਹੈ, ਤੋ ਰਾਜਸੀ ਸੱਤਾ ਦਾ ਜਿਹੜਾ ਸੰਕਲਪ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦੁਆਰਾ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਦਿੱਤਾ। ਸਮੁੱਚੀ
ਸਿੱਖ ਜਗਤ ਦੇ ਸਮੁੱਚੇ ਸਿੱਖ ਪੰਥ ਦੇ ਜਿਤਨੇ ਮਤੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਪੰਥ ਇਕੱਤਰ ਹੋ ਕਰਕੇ ਕਰਦਾ ਹੈ। ਸਾਰੇ ਸਿੱਖ ਪੰਥ ਨੂੰ ਲਾਮਬੰਦ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਅਕਾਲ ਦਾ ਤਖਤ ਹੈ। ਦੁਨੀਆ ਦੇ ਤਖਤ ਵਿਨਾਸ਼ੀ ਨੇ, ਬਿਨਸਦੇ ਨੇ। ਇਹ ਸਤ ਤੇ ਸदैवी ਰਹਿਣ ਵਾਲਾ ਅਕਾਲ ਦਾ ਤਖਤ ਹੈ। ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਵਧਾਈਆਂ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦਾ ਪਾਵਨ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਪਹਿਲਾ ਹੁਕਮਨਾਮਾ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਪ੍ਰਾਪਤ ਹੋਇਆ। ਔਰ ਇਹ ਪਵਿੱਤਰ ਸ਼ਬਦ ਪੰਜਵੇਂ ਗੁਰਦੇਵ ਨੇ ਸਰੋਵਰ ਦੀ ਜਦੋਂ ਕਾਰ ਸੇਵਾ ਚੱਲ ਰਹੀ ਸੀ ਉਸ ਵੇਲੇ ਉਚਾਰਨ ਕੀਤਾ। ਜਿੱਥੇ ਅੱਜ ਕੱਲ੍ਹ ਹਰ ਕੀ ਪੌੜੀ ਹੈ, ਸੰਗਤਾਂ ਚੂੜਾ ਲੈਂਦੀਆਂ ਹਨ, ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਖਲੋ ਕੇ ਹਰੀ ਅਕਾਲ ਪੁਰਖ ਜੀ ਦੇ ਸਨਮੁਖ ਇਹ ਪਵਿੱਤਰ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੋਹੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਪਾਵਨ ਛੰਤ ਹਨ। ਨਿਰੰਕਾਰ ਦੀ ਬੰਦਗੀ ਕਰਨ ਵਾਲੇ, ਪਰਮੇਸ਼ਰ ਦਾ ਭਜਨ ਕਰਨ ਵਾਲੇ ਅਕਾਲ ਪੁਰਖ ਦਾ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤਿਨਾਂ ਦੇ ਇਸ ਕਾਰਜ ਨੂੰ ਜੋ ਸ੍ਰੀ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇਹ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਕਾਰਜ ਹੈ। ਇਸ ਕਾਰਜ ਨੂੰ ਕਰਾਉਣ ਵਾਸਤੇ ਅਕਾਲ ਪੁਰਖ ਜੀ ਹਰੀ ਜੀ ਆਪ ਖੁਦ ਆਏ ਹਨ। ਹਰੀ ਜੀ ਆਪ ਇਸ ਕੰਮ ਨੂੰ ਕਰਾਉਣ ਲਈ, ਇਸ ਸੇਵਾ ਨੂੰ ਕਰਾਉਣ ਲਈ ਇਸ ਮਾਤ ਲੋਕ ਦੀ ਧਰਤੀ ਤੇ ਆਪ ਹਾਜ਼ਰ ਹੋਏ ਨੇ, ਪ੍ਰਗਟ ਹੋਏ ਨੇ। ਇਹੀ ਆਦਿ ਜੁਗਾਦੀ ਪਰਮੇਸ਼ਰ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸੰਤ ਜਨਾਂ ਦੇ ਕਾਰਜਾਂ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਇਸੇ ਤਰ੍ਹਾਂ ਵਰਤ ਕੇ ਤਿਨਾਂ ਦੇ ਕਾਰਜਾਂ ਨੂੰ ਸਵਾਰਦੇ ਹਨ। ਇਹ ਮੁੱਢ ਕਦੀਮੀ ਸੁਭਾਅ ਸੰਸਾਰ ਦੀ ਬਣਤਰ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ। ਇਸ ਕਰਕੇ ਹਰੀ ਜੀ ਆਪ ਆਪਣਿਆਂ ਪਿਆਰਿਆਂ ਭਗਤਾਂ ਦੇ ਕਾਰਜ ਕਰਾਉਣ ਵਾਸਤੇ ਆਪ ਖੁਦ ਆਉਂਦੇ ਨੇ। ਐਸੇ ਕਿਤਨੇ ਹੀ ਸਾਡੇ ਇਤਿਹਾਸ ਵਿੱਚੋਂ ਪ੍ਰਮਾਣ ਉਜਾਗਰ ਹੁੰਦੇ ਨੇ, ਪ੍ਰਾਪਤ ਹੁੰਦੇ ਨੇ ਕਿ ਜੈਸੇ ਭਗਤ ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੇ ਕਾਰਜ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਖੁਦ ਆਏ ਕਬੀਰ ਬਣ ਕੇ ਕਰਨ ਲਈ। ਭਗਤ ਸੈਣ ਜੀ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਭਾਈ ਸਾਹਿਬ ਜੀ ਲਿਖਦੇ ਨੇ ਕਿ ਕਬੀਰ ਜੀ ਦਾ ਮਹਾਨ ਪ੍ਰਤਾਪ ਸੁਣ ਕੇ, ਉਹਨਾਂ ਦੀ ਮਹਿਮਾ ਸੁਣ ਕੇ ਭਗਤ ਸੈਣ ਜੀ ਨੇ ਸਿੱਖੀ ਸੇਵਕੀ ਦੀ ਬਿਰਤੀ ਨੂੰ ਧਾਰਨ ਕੀਤਾ। ਸੈਣ ਜੀ ਨਾਈ ਸਨ, ਮਾਲਸ਼ਾਂ ਕਰਨੀਆਂ, ਬੁੱਤੀਆਂ ਕੱਢਣੀਆਂ। ਨਗਰ ਦੇ ਰਾਜੇ ਦੀ ਰੋਜ਼ ਮਾਲਸ਼ ਕਰਨ ਜਾਇਆ ਕਰਦੇ ਸਨ। ਇੱਕ ਦਿਨ ਸ਼ਾਮ ਵੇਲੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਮਹਾਂਪੁਰਸ਼ ਸੰਤ ਘਰ ਵਿੱਚ ਆਏ। ਉਹਨਾਂ ਨਾਲ ਬੈਠਿਆਂ ਕੀਰਤਨ ਕਰਦਿਆਂ ਰਾਤ ਸਾਰੀ ਬੀਤ ਗਈ। ਸਵੇਰੇ ਲੋ ਲੱਗ ਗਈ, ਦਿਨ ਚੜ੍ਹ ਗਿਆ। ਜਦੋਂ ਰਾਜੇ ਦੀ ਮਾਲਸ਼ ਦਾ ਸਮਾਂ ਹੁੰਦਾ ਹੈ, ਉਹਨਾਂ ਮਹਾਂਪੁਰਸ਼ਾਂ ਸੰਤਾਂ ਦੀ ਸੇਵਾ ਵਿੱਚ ਐਸੇ ਤਤਪਰ ਵਿਸਰ ਗਿਆ। ਹੁਣ ਰਾਜਾ ਉਡੀਕਦਾ ਸੀ, ਸੈਣ ਜੀ ਨਾ ਜਾਂਦੇ ਤੇ ਰਾਜੇ ਨੇ ਭਗਤ ਸੈਣ ਜੀ ਦੇ ਪਰਿਵਾਰ ਸਮੇਤ ਇਹਨਾਂ ਨੂੰ ਦੰਡ ਦੇਣਾ ਸੀ। ਕਹਿੰਦੇ ਅਕਾਲ ਪੁਰਖ ਨੇ ਆਪ ਸੈਣ ਦਾ ਰੂਪ ਧਾਰਨ ਕੀਤਾ ਤੇ ਜਾ ਕੇ ਰਾਜੇ ਦੀ ਮਾਲਸ਼ ਕੀਤੀ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਆ ਭਗਤਾਂ ਦੇ ਕਾਰਜ ਕਰਨ ਲਈ, ਕਰਾਉਣ ਲਈ ਖੁਦ ਆਪ ਆਉਂਦੇ ਨੇ। ਇਹ ਮੁੱਢ ਕਦੀਮੀ ਸੁਭਾਅ ਹੈ ਅਕਾਲ ਪੁਰਖ ਜੀ ਦਾ, ਪਰਮੇਸ਼ਰ ਦਾ। ਇੱਥੇ ਵੀ ਇਸ ਪਾਵਨ ਸਰੋਵਰ ਦੀ ਜਿਹੜੀ ਸੇਵਾ ਹੋ ਰਹੀ ਹੈ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇਹ ਸੇਵਾ ਕਰਨ ਲਈ, ਕਰਾਉਣ ਲਈ ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਆਏ ਹਨ। ਉਹਨਾਂ ਦੇ ਸਨਮੁਖ ਖਲੋ ਕੇ ਹੀ ਗੁਰਦੇਵ ਨੇ ਸ਼ਬਦ ਉਚਾਰਨ ਕੀਤਾ ਕਿ ਹਰੀ ਜੀ ਆਪ ਇਸ ਕੰਮ ਨੂੰ ਕਰਾਉਣ ਵਾਸਤੇ ਆਏ ਹਨ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਧਰਤੀ ਸ੍ਰੀ ਦਰਬਾਰ ਸਾਹਿਬ ਜੀ ਦੀ, ਅੰਮ੍ਰਿਤਸਰ ਸਾਹਿਬ ਜੀ ਦੀ ਸੋਭਨੀਕ ਹੈ। ਇਹ ਆਲਾ ਦੁਆਲਾ ਜੋ ਹੈ ਪਰਿਕਰਮਾ ਵਿੱਚ ਇਹ ਸਾਰਾ ਸ਼ੋਭਨੀਕ ਹੈ। ਇਹ ਅੰਮ੍ਰਿਤ ਤਾਲ ਇਹ ਵੀ ਸ਼ੋਭਨੀਕ ਹੈ, ਕਿਉਂਕਿ ਇਹਦੇ ਵਿੱਚ ਜਿੰਨਾ ਜਲ ਹੈ ਇਹ ਅੰਮ੍ਰਿਤ ਰੂਪ ਹੈ। ਇਹ ਅੰਮ੍ਰਿਤ ਜਲ ਛਾਇਆ ਹੋਇਆ ਇਹਦੇ ਅੰਦਰ। ਪੁੱਛਦਾ ਹੈ ਨਾਦਰ, ਇਹ ਸਿੱਖ ਮੇਰਾ ਰਾਹ ਰੋਕਦੇ ਨੇ, ਮੈਂ ਇਹਨਾਂ ਨੂੰ ਮਾਰਦਾ ਮੁਕਾਉਣਾ, ਇਹ ਮੁੱਕਦੇ ਨਹੀਂ। ਇਹ ਕਿਉਂ ਨਹੀਂ ਮੁੱਕਦੇ? ਇਹ ਫਿਰ ਕਿਵੇਂ ਜਿਉਂਦੇ ਹੋ ਜਾਂਦੇ ਨੇ? ਤਾਂ ਬਾਦਸ਼ਾਹ ਨੇ ਦੱਸਿਆ, ਨਾਦਰ ਸੁਣ। सुनो बादशाह तुझे सिंहों की सुनाऊं कथा। मैं तेनों इन्हां ਸਿੰਘਾਂ ਦੇ ਬਾਰੇ ਦੱਸਦਾ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਸਿੱਖ ਇਤਿਹਾਸ ਦਾ ਸਭ ਤੋਂ ਸ਼੍ਰੋਮਣੀ ਗ੍ਰੰਥ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਉਹ ਲਿਖਦੇ ਹੈ ਕਿ ਨਾਦਰ ਨੂੰ ਦੱਸਿਆ ਬਾਦਸ਼ਾਹ ਨੇ, ਮੁਰਸ਼ਦ ਇਨਕਾ ਵਲੀ ਭਇਓ ਹੈ, इनको आबे हयात दयो है। मुर्शद इनका वली भयो है, इनको आबे हयात दयो है। नादर इन्हां दा मुर्शद बड़ा वली होया श्री गुरु गोबिंद सिंह साहिब। उसने इन्हां नूं आबे हयात, आपां अमृत कहने आ, मुसलमान वीर आबे हयात कहंदे हन। ਅੰਮ੍ਰਿਤ ਦਿੱਤਾ ਹੈ ਇਹਨਾਂ ਨੂੰ, ਆਬੇ ਹਯਾਤ ਦਿੱਤਾ ਹੈ।
ਅਸੀਂ ਜਿੰਨਾ ਇਹਨਾਂ ਨੂੰ ਮਾਰਦੇ ਹਾਂ ਉਸ ਆਬੇ ਹਯਾਤ ਵਿੱਚੋਂ ਇਹ ਘੁੱਟਾਂ ਪੀ ਕੇ ਇਸ਼ਨਾਨ ਕਰਕੇ ਮੁੜ ਫਿਰ ਜਿਉਂਦੇ ਹੋ ਜਾਂਦੇ ਨੇ। ਇਹ ਉਪਮਾ ਉਸ ਵੇਲੇ ਦਾ ਸਮੇਂ ਦਾ ਬਾਦਸ਼ਾਹ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਸੰਬੰਧ ਵਿੱਚ ਕਰਦਿਆਂ ਕਹਿ ਰਿਹਾ, ਨਾਦਰ ਨੂੰ ਦੱਸ ਰਿਹਾ। ਇਹ ਅੰਮ੍ਰਿਤ ਤਾਲ ਹੈ, ਇਹਦੇ ਵਿੱਚ ਭਰਿਆ ਜਲ ਅੰਮ੍ਰਿਤ ਸਰੂਪ ਹੈ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੈ ਭਾਈ, ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ ਸਾਰੇ ਵਿੱਚ। ਗੁਰਸਿੱਖ ਵਾਸਤੇ ਤਾਂ ਅੰਮ੍ਰਿਤ ਰੂਪ ਹੀ ਹੈ ਭਾਈ, ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਅੱਠੇ ਪੈਰ ਨਿਰੰਤਰ ਗੁਰਬਾਣੀ ਦਾ ਸਿਮਰਨ ਹੁੰਦਾ, ਗੁਰਬਾਣੀ ਦਾ ਕੀਰਤਨ ਹੁੰਦਾ, ਗੁਰਬਾਣੀ ਦਾ ਜਾਪ ਹੁੰਦਾ, ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਸदैवी ਕਾਲ ਵਾਸਤੇ ਬਿਰਾਜਮਾਨ ਹੁੰਦੇ ਨੇ, ਗੁਰਸਿੱਖ ਵਾਸਤੇ ਤਾਂ ਭਾਈ ਅੰਮ੍ਰਿਤ ਹੀ ਹੈ। ਲੋਕਾਂ ਵਾਸਤੇ ਹੋਵੇਗਾ ਕੁਝ ਹੋਰ, ਜਿਹੜੇ ਨਾਸਤਿਕ ਸ਼ਰਧਾਵਾਨ ਸਿੱਖ ਤਾਂ ਅੰਮ੍ਰਿਤ ਹੀ ਕਹਿੰਦਾ ਹੈ। ਤਦ ਇਸ ਪਾਵਨ ਸਰੋਵਰ ਦਾ ਨਾਮ ਹੀ ਅੰਮ੍ਰਿਤਸਰ ਹੈ। ਤਦ ਇਹਨੂੰ ਅੰਮ੍ਰਿਤਸਰ ਕਹਿੰਦੇ, ਅੰਮ੍ਰਿਤ ਦਾ ਸਰੋਵਰ ਕਹਿੰਦੇ ਨੇ। ਸ਼ਹਿਰ ਦਾ ਨਾਮ ਅੰਮ੍ਰਿਤਸਰ ਹੈ। ਇਸੇ ਪਾਵਨ ਸਰੋਵਰ ਤੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਪ੍ਰਸਿੱਧ ਹੋਇਆ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ, ਜੋਤ ਜਗਾਵੈ। ਇਹ ਅੰਮ੍ਰਿਤਸਰ ਹੈ। ਅੰਮ੍ਰਿਤਸਰ ਸਤਿਗੁਰ ਸਤਿਵਾਦੀ, ਜਿਤ ਨਾਤਾ ਕਊਆ ਹੰਸ ਹੋ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ, ਇਹ ਅੰਮ੍ਰਿਤ ਨਾਲ ਭਰਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਅੰਮ੍ਰਿਤ ਜਲ ਛਾਇਆ ਹੋਇਆ, ਪੂਰਨ ਨੇ ਸਾਰਾ ਸਾਜ ਕਰਾਇਆ ਹੈ। ਸਾਰੇ ਮਨੋਰਥ ਇੱਥੇ ਆਣ ਕੇ ਪੂਰੇ ਹੋ ਗਏ ਹਨ। ਸਗਲ ਮਨੋਰਥ ਪੂਰੇ। ਸਾਧ ਸੰਗਤ ਦਾ ਇਹ ਤਾਲ ਪੂਰਨ ਹੈ। ਇੱਥੇ ਨਾਮ ਰੂਪੀ ਅੰਮ੍ਰਿਤ ਜਲ ਭਰਿਆ ਹੋਇਆ, ਪੂਰਨ ਨੇ ਸਾਜ ਕਰਾਇਆ। ਸਾਧ ਸੰਗਤ ਰੂਪੀ ਇਸ ਅੰਮ੍ਰਿਤ ਤਾਲ ਵਿੱਚ ਇਸ਼ਨਾਨ ਕੀਤਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਜਿਹੜੇ ਸਾਧ ਸੰਗਤ ਰੂਪੀ ਇਸ ਅੰਮ੍ਰਿਤ ਤਾਲ ਵਿੱਚ ਆ ਕੇ ਇਸ਼ਨਾਨ ਕਰਦੇ ਹਨ, ਉਹਨਾਂ ਦੇ ਸਾਰੇ ਝੋਰੇ ਲੱਥ ਜਾਂਦੇ ਨੇ। ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਪ੍ਰਸਿੱਧ ਹੁੰਦੀ ਹੈ। ਸਾਰੇ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਪ੍ਰਸਿੱਧ ਹੁੰਦੀ ਹੈ। ਔਰ ਤਿਨਾਂ ਦੇ ਸਾਰੇ ਝੋਰੇ ਵਸੂਰੇ ਲੱਥ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਪੂਰਨ ਪੁਰਖ ਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਅਕਾਲ ਪੁਰਖ ਜੀ ਪੂਰਨ ਪੁਰਖ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪੂਰਨ ਪੁਰਖ ਨੇ। ਅਚੁੱਤ ਦਾ ਮਤਲਬ ਹੁੰਦਾ ਜੋ ਕਦੇ ਡਿੱਗਣ ਵਾਲੇ ਨਹੀਂ, ਸदैवी ਸਥਿਰ ਨੇ। ਅਬਿਨਾਸੀ, ਜਿਨ੍ਹਾਂ ਦਾ ਕਦੇ ਨਾਸ਼ ਨਹੀਂ ਹੁੰਦਾ, ਵਿਨਾਸ਼ ਤੋਂ ਰਹਿਤ ਨੇ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ
ਵੇਦਾਂ ਤੇ ਪੁਰਾਣਾਂ ਵਿੱਚ ਵੀ ਗਾਇਆ ਗਿਆ ਹੈ। ਜਸ ਵੇਦ ਪੁਰਾਣੀ ਗਾਇਆ, ਵੇਦ ਤੇ ਪੁਰਾਣ ਵੀ ਉਸ ਦਾ ਜਸ ਗਾ ਰਹੇ ਨੇ। ਉਹ ਵੀ ਮੇਰੇ ਸਾਹਿਬ ਦੇ ਸਰੂਪ ਦੀ ਉਪਮਾ ਕਰ ਰਹੇ ਹਨ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਮੈਂ ਤਾਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਇਆ। ਜਿਸ ਦਾ ਨਾਮ ਧਿਆਇਆ ਉਸਨੇ ਆਪਣੇ ਬਿਰਦ ਦੀ ਪਾਲਣਾ ਕੀਤੀ ਹੈ। ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ ਸ਼ਰਨ ਆਇਆਂ ਨੂੰ ਪਾਲਣਾ, ਗਲ ਲਾਣਾ। ਐਸਾ ਜੋ ਬਿਰਦ ਅਕਾਲ ਪੁਰਖ ਵਾਹਿਗੁਰੂ ਦਾ, ਤੈਸੇ ਬਿਰਦ ਨੂੰ ਅਕਾਲ ਪੁਰਖ ਜੀ ਨੇ ਪਾਲਿਆ ਹੈ। ਔਰ ਮੈਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਨਾਮ ਨਿਧ ਸਿਧ ਰਿਧ ਦੀਨੇ ਕਰਤੇ। ਨੌ ਨਿਧੀਆਂ, ਰਿੱਧੀਆਂ, ਸਿੱਧੀਆਂ ਇਹ ਸਾਰੀਆਂ ਸਾਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤੀਆਂ ਹਨ। ਕਮੀ ਨਹੀਂ ਛੱਡੀ ਮੇਰੇ ਮਾਲਕ ਨੇ ਕਿਸੇ ਤਰ੍ਹਾਂ ਦੀ। ਨੌ ਨਿਧੀਆਂ, ਰਿੱਧੀਆਂ, ਸਿੱਧੀਆਂ ਇਹ ਸਾਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ੀਆਂ ਹਨ। ਟੋਟ ਨ ਆਵੇ ਕਾਈ ਰਾਮ। ਇੰਨਾ ਕੁਝ ਦੇ ਕੇ ਨਵਾਜਿਆ ਸਾਡੇ ਕਰਤਾ ਪੁਰਖ ਨੇ ਸਾਨੂੰ ਕਿ ਜੋ ਕੁਝ ਉਹਨੇ ਸਾਨੂੰ ਦਿੱਤਾ ਉਹਦੇ 'ਚ ਕਦੇ ਤੋਟਾ ਨਹੀਂ ਆਉਂਦਾ, ਘਾਟਾ ਨਹੀਂ ਪੈਂਦਾ, ਕਮੀ ਨਹੀਂ ਆਉਂਦੀ। ਮੇਰੇ ਸਵਾਮੀ ਨੇ ਸਾਨੂੰ ਜੋ ਕੁਝ ਦਿੱਤਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਜੋ ਕੁਝ ਦਿੱਤਾ, ਪੰਜਵੇਂ ਪਾਤਸ਼ਾਹ ਕਹਿੰਦੇ ਉਹਦੇ ਦਿੱਤੇ ਵਿੱਚ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆਉਂਦਾ। ਜਿੰਨਾ ਮਰਜ਼ੀ ਖਾਈਏ, ਜਿੰਨਾ ਮਰਜ਼ੀ ਖਰਚੀਏ, ਸਗੋਂ ਜਿੰਨਾ ਖਾਂਦੇ ਤੇ ਖਰਚਦੇ ਹਾਂ ਓਨਾ ਵੱਧਦਾ ਚੱਲਿਆ ਜਾਂਦਾ। ਤੋਟ ਨਾ ਆਵੇ ਵੱਧ ਹੋ ਜਾਈ, ਵੱਧਦਾ ਚੱਲਿਆ ਜਾਂਦਾ, ਇਹਦੇ 'ਚ ਤੋਟਾ ਨਹੀਂ ਆਉਂਦਾ। ਮੇਰੇ ਇਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਜਿਹੜੀਆਂ ਦਾਤਾਂ ਹਨ ਇਹਦੇ 'ਚ ਕਮੀ ਨਹੀਂ ਆਉਂਦੀ। ਖਾਤ ਖਰਚਤ ਬਿਲਸਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਇਸ ਨੂੰ ਖਾਂਦਿਆਂ, ਖਰਚਦਿਆਂ, ਮਾਣਦਿਆਂ ਸੁਖ ਪਾਇਆ ਹੈ। ਕਰਤੇ ਦੀ ਇਹ ਦਾਤ ਇੰਨੀ ਸਵਾਈ ਹੈ, ਜਿੰਨਾ ਖਾਂਦੇ ਖਰਚਦੇ ਹਾਂ ਓਨਾ ਹੀ ਵੱਧਦਾ ਚੱਲਿਆ ਜਾਂਦਾ। ਸਵਾਈ ਦਾ ਮਤਲਬ ਹੁੰਦਾ ਵਧਣਾ। ਇਹ ਹੋਰ ਸਵਾਈ ਹੁੰਦੀ ਚਲੀ ਜਾਂਦੀ ਹੈ। ਕਰਤੇ ਦੀ ਇਹ ਦਾਤ ਸਵਾਈ ਹੈ। ਹਾਂਜੀ, ਦਾਤ ਸਵਾਈ ਨਿਖੁੱਟਣ ਨਾ ਜਾਏ, ਅੰਤਰ ਜਾਮੀ ਪਾਇਆ। ਦਾਤ ਸਵਾਈ ਹੈ, ਬਹੁਤੀ ਹੈ ਮੇਰੇ ਕਰਤਾ ਪੁਰਖ ਦੀ। ਗੁਰੂ ਖਾਲਸਾ ਜੀ ਸਤਿਗੁਰਾਂ ਨੇ ਸਾਨੂੰ ਜੋ ਜੋ ਕੁਝ ਵੀ ਦਿੱਤਾ ਹੈ ਸਵਾਇਆ ਦਿੱਤਾ ਹੈ। ਸਵਾਇਆ ਬਹੁਤ ਕੁਝ ਦਿੱਤਾ ਹੈ। ਜੋ ਜੋ ਵੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਬੇਅੰਤੀ ਦਿੱਤਾ ਹੈ। ਗੁਰਸਿੱਖ ਨੇ ਕਦੇ ਬਿਰਤੀ ਨਹੀਂ ਰੱਖਣੀ ਕਿ ਮੇਰੇ ਸਾਹਿਬ ਨੇ ਸਾਨੂੰ ਆਹ ਚੀਜ਼ ਊਣੀ ਦਿੱਤੀ ਹੈ। ਜੋ ਦਿੱਤਾ ਹੈ ਪੂਰਾ ਹੀ ਦਿੱਤਾ ਹੈ। ਬੇਅੰਤ ਦਾਤਾਂ ਦੇ ਕੇ ਸਾਨੂੰ ਵਾਹਿਗੁਰੂ ਜੀ ਨੇ ਨਿਵਾਜਿਆ ਹੈ। ਉਹ ਸਵਾਈਆਂ ਹਨ, ਬਹੁਤ ਹਨ। ਸਵਾਈ ਦਾ ਮਤਲਬ ਹੁੰਦਾ ਬਹੁਤ ਦਾਤਾਂ ਨੇ। ਔਰ ਇਹ ਕਦੇ ਨਿਖੁੱਟਦੀਆਂ ਨਹੀਂ ਹਨ। ਨਿਖੁੱਟ ਨਾ ਜਾਈ, ਇਹਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ। ਅੰਤਰ ਜਾਮੀ ਪਾਇਆ, ਅਸੀਂ ਉਸ ਅੰਤਰਯਾਮੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਉਹ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ, ਬੁੱਝਣ ਵਾਲਾ ਅੰਤਰਜਾਮੀ ਹੈ। ਓਟ ਬਿਗਨ ਸਗਲੇ ਉਠ ਨਾਠੇ, ਦੁਖ ਨਾ ਨੇੜੇ ਆਇਆ। ਸਾਡੇ ਕਰੋੜਾਂ ਬਿਗਨ ਸਾਰੇ ਹੀ ਉੱਠ ਕੇ ਨੱਠ ਗਏ। ਕਿਸੇ ਵੀ ਪ੍ਰਕਾਰ ਦਾ ਕੋਈ ਬਿਗਨ ਨਹੀਂ ਵਿਆਪਦਾ। ਕਿੱਡਾ ਵੱਡਾ ਕਾਰਜ ਸੀ ਦਰਬਾਰ ਸਾਹਿਬ ਦੀ ਸੇਵਾ ਦਾ। ਕਹਿੰਦੇ ਕੋਈ ਬਿਗਨ ਨਹੀਂ ਪਿਆ। ਇੱਕ ਵਾਰ ਕਹਿੰਦੇ ਲੰਗਰ ਮਸਤਾਨਾ ਹੋ ਗਿਆ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਮਾਇਆ ਵੀ ਮਸਤਾਨੀ ਹੈ,
ਲੰਗਰ ਮਸਤਾਨਾ ਹੋ ਗਿਆ, ਸੰਗਤ ਬੜੀ ਸੇਵਾ ਕਰਨ ਵਾਲੀ, ਭੋਜਨ ਦਾ ਪ੍ਰਬੰਧ ਕਿਵੇਂ ਕਰੀਏ। ਪਾਤਸ਼ਾਹ ਨੇ ਬਚਨ ਕੀਤਾ, ਵਾਹਿਗੁਰੂ ਪਰਮੇਸ਼ਰ ਜੀ ਧੰਨ ਗੁਰੂ ਰਾਮਦਾਸ ਜੀ ਭੇਜ ਰਹੇ ਨੇ ਰਸਤਾ। ਸਨਾਮ ਸ਼ਹਿਰ ਦੇ ਵਿੱਚ ਉਸ ਮਹਾਂਪੁਰਸ਼ ਦੀ ਯਾਦ ਬਣੀ ਹੋਈ ਹੈ। ਇਹ ਜਾ ਪਹੁੰਚੇ ਭਾਈ ਗੰਗਾ ਰਾਮ ਜੀ। ਇਹ ਜਵਾਰ ਤੇ ਬਾਜਰਾ ਵੇਚ ਰਹੇ ਸਨ, ਗੱਡੇ ਭਰੇ ਹੋਏ, ਭਰੇ ਭਰਾਏ ਗੱਡੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰ ਦਿੱਤੇ। ਗਿਣਤੀ ਮਿਣਤੀ ਨਹੀਂ ਕੀਤੀ। ਪਾਤਸ਼ਾਹ ਆਖਿਆ, ਗੰਗਾ ਰਾਮ ਜੀ, ਮਾਇਆ ਆਪ ਜੀ ਨੂੰ ਪ੍ਰਾਪਤ ਹੋਵੇਗੀ, ਪਰ ਸਮਾਂ ਪਾ ਕੇ। ਪੂਰਨ ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ। ਤੋ ਕਹਿਣ ਤੋਂ ਭਾਵ ਏਡੇ ਵੱਡੇ ਕਾਰਜ ਨੂੰ ਕਰਦਿਆਂ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਆਇਆ। ਮਹਾਰਾਜ ਜੀ ਦੱਸ ਰਹੇ ਨੇ, ਕੋਟ ਵਿਘਨ ਸਗਲੇ ਉਠ ਨਾਠੇ। ਦੁੱਖ ਨਾ ਨੇੜੇ ਆਇਆ, ਕੋਈ ਦੁੱਖ ਕਲੇਸ਼ ਨੇੜੇ ਨਹੀਂ ਆਇਆ। ਕੋਈ ਦੁੱਖ, ਜਿਹੜਾ ਕਾਮ ਹੈ ਵੀ ਦੁੱਖ ਦਿੰਦਾ, ਕ੍ਰੋਧ ਵੀ ਦੁੱਖ ਦਿੰਦਾ, ਈਰਖਾ ਬਖੀਲੀ ਸਾਰੇ ਵਿਕਾਰ ਦੁਖਦਾਈ ਨੇ। ਕਹਿੰਦੇ ਇਹ ਦੁੱਖ ਸਾਡੇ ਨੇੜੇ ਨਹੀਂ ਆਉਂਦੇ। ਸਾਡੇ ਕਰੋੜਾਂ ਵਿਘਨ ਉੱਠ ਕੇ ਨੱਠ ਗਏ ਹਨ ਪਰਮੇਸ਼ਰ ਦਾ ਭਜਨ ਕਰਦਿਆਂ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਬਾਈ। ਹਿਰਦੇ ਵਿੱਚ ਸ਼ਾਂਤੀ ਹੈ, ਆਨੰਦ ਹੈ, ਕਨੇਰਾ ਬਹੁਤ ਸਾਰਾ। ਸਾਡੀਆਂ ਸਾਰੀਆਂ ਭੁੱਖਾਂ ਬਿਨਸ ਗਈਆਂ ਹਨ। ਹਿਰਦੇ 'ਚ ਕਿਸੇ ਪ੍ਰਕਾਰ ਦੇ ਪਦਾਰਥ ਦੀ ਭੁੱਖ ਨਹੀਂ ਰਹੀ। ਇਹ ਵੀ ਕਿੱਡੀ ਵੱਡੀ ਅਮੋਲਕ ਦਾਤ ਹੈ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ 'ਚੋਂ ਪ੍ਰਾਪਤ ਹੁੰਦੀ ਸਿੱਖਾਂ ਨੂੰ, ਕਿ ਸਾਰੀਆਂ ਭੁੱਖਾਂ ਬਿਨਸ ਗਈਆਂ। ਹਿਰਦੇ ਵਿੱਚ ਕਿਸੇ ਪ੍ਰਕਾਰ ਦੇ ਪਦਾਰਥ ਦੀ ਕੋਈ ਭੁੱਖ ਨਹੀਂ ਰਹੀ। ਨਾਨਕ ਗੁਣ ਗਾਵੇ ਸੁਆਮੀ ਕੇ, ਅਚਰਜ ਜਿਸ ਵਡਿਆਈ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਉਸ ਸੁਆਮੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਜਿਸ ਦੀ ਵਡਿਆਈ ਅਚਰਜ ਹੈ, ਹੈਰਾਨ ਕਰ ਦੇਣ ਵਾਲੀ ਹੈ, ਵਿਸਮਾਦ ਹੈ। ਪਰਮੇਸ਼ਰ ਦੀ ਵਡਿਆਈ ਵਿਸਮਾਦ ਰੂਪ ਹੈ ਗੁਰੂ ਖਾਲਸਾ ਜੀ, ਤੇ ਜਿਸ ਦੀ ਵਡਿਆਈ ਵਿਸਮਾਦ ਸਵਰੂਪ ਹੈ, ਅਸੀਂ ਉਸ ਸੁਆਮੀ ਦੇ ਕਰਤੇ ਦੇ ਪਵਿੱਤਰ ਸ਼ੁਭ ਗੁਣਾਂ ਨੂੰ ਗਾਇਨ ਕਰਦੇ ਹਾਂ। ਜਿਸ ਕਾ ਕਾਰਜ ਤਿਨਹਿ ਕੀਆ, ਮਾਨ ਸਕਿਆ ਵਿਚਾਰਾ ਰਾਮ। ਇਹ ਬਿਰਤੀ ਹੋਣੀ ਚਾਹੀਦੀ ਆ ਕਿਸੇ ਵੀ ਕਾਰਜ ਨੂੰ ਕਰਨ ਵੇਲੇ, ਕਿ ਜਿਸ ਦਾ ਸੀ ਉਸੇ ਨੇ ਕੀਤਾ, ਅਸੀਂ ਕੀ ਹਾਂ ਕਰਨ ਵਾਲੇ। ਇਸ ਬੰਦੇ ਦੇ ਮਨੁੱਖ ਦੇ ਅਖਤਿਆਰ ਕੀ ਹੈ, ਇਹਦੇ ਵੱਸ ਕੀ ਹੈ। ਕੋਈ ਵੀ ਧਾਰਮਿਕ ਕਾਰਜ ਕਰਦੇ ਹੋ, ਕਿਸੇ ਵੀ ਪ੍ਰਕਾਰ ਦੀ ਕੋਈ ਤੁਸੀਂ ਧਾਰਮਿਕ ਸੇਵਾ ਕਰਦੇ ਹੋ, ਉਸ ਧਾਰਮਿਕ ਕਾਰਜ ਨੂੰ ਕਰਦਿਆਂ, ਸੇਵਾ ਨੂੰ ਕਰਦਿਆਂ ਇਹੀ ਬਿਰਤੀ ਹੋਣੀ ਚਾਹੀਦੀ, ਜਿਸ ਦਾ ਸੀ ਉਸੇ ਨੇ ਕੀਤਾ। ਗੁਰੂ ਦਾ ਕਾਰਜ ਸੀ, ਗੁਰੂ ਨੇ ਕੀਤਾ, ਮੈਂ ਮਾਨਸ ਵਿਚਾਰਾ ਕੀ ਹਾਂ। ਇਹ ਜਿਹੜਾ ਮਿੱਟੀ ਦਾ ਪੁਤਲਾ ਹੈ, ਇਹਦੇ 'ਚ ਕੀ ਤਾਕਤ ਹੈ ਕੁਝ ਕਰਮ ਕਰਨ ਦੀ। ਇਸ ਕਰਕੇ ਇਹੀ ਬਿਰਤੀ ਹੋਣੀ ਚਾਹੀਦੀ ਕਿ ਕਰਤੇ ਨੇ ਹੀ ਸਭ ਕੁਝ ਕੀਤਾ, ਮੇਰੇ ਇਸ ਤਨ ਵਿੱਚ ਕੁਝ ਵੀ ਕਰਨ ਦੀ ਸਮਰੱਥਾ ਨਹੀਂ। ਅਸੀਂ ਜਦੋਂ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਨਾ, ਕਿਸੇ ਵੀ ਕਾਰਜ ਨੂੰ ਕਰਨ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੱਖ ਕੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਅਰਦਾਸ ਕਰਦੇ ਹਾਂ। ਆਨੰਦ ਸਾਹਿਬ ਦਾ ਪਾਠ ਕਰਨ ਦਾ ਮਤਲਬ ਇਹੀ ਹੈ ਵੀ ਉਹ ਮੁੰਦਾਵਣੀ ਲੱਗ ਜਾਂਦੀ ਹੈ, ਮਹਾਰਾਜ ਇਹ ਤੁਹਾਡਾ ਕਾਰਜ ਹੈ, ਹੁਣ ਆਪ ਜੀ ਨੇ ਕਰਨਾ। ਇਹ ਕਾਰਜ ਆਪ ਜੀ ਦਾ, ਆਪ ਜੀ ਨੇ ਕਰਨਾ। ਕੋਈ ਵੀ ਅਸੀਂ ਦਰਬਾਰ ਦੀ ਦੀਵਾਨ ਦੀ ਸਮਾਪਤੀ ਹੋਵੇ,
ਜਾਂ ਕਿਸੇ ਕਾਰਜ ਦੀ ਆਰੰਭਤਾ ਕਰਨੀ ਹੋਵੇ ਤਾਂ ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੀਦੀ। ਮਹਾਰਾਜ, ਇਹ ਆਨੰਦ ਸਾਹਿਬ ਦੀ ਜੋ ਬਾਣੀ ਪੜ੍ਹੀ ਹੈ, ਇਹਦਾ ਮਤਲਬ ਇਹ ਮੁੰਦਾਵਣੀ ਹੈ, ਸਟੈਂਪ ਲੱਗ ਗਈ, ਉੱਤੇ ਮੋਹਰ ਲੱਗ ਗਈ, ਇਹ ਕਾਰਜ ਤੁਹਾਡਾ, ਤੁਸੀਂ ਕਰਨਾ, ਸਾਡੇ ਵੱਸ ਨਹੀਂ। ਤੋ ਇੱਥੇ ਗਰੀਬ ਨਵਾਜ ਦਇਆਨਿਧ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਾਨਸ ਕਿਆ ਵਿਚਾਰਾ ਰਾਮ, ਬੰਦਾ ਕੀ ਹੈ ਵਿਚਾਰਾ? ਜਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਾਰਜ ਸੀ, ਯਾਨੀ ਕਿ ਇਹ ਕਾਰਜ ਸੀ ਧੰਨ ਗੁਰੂ ਰਾਮਦਾਸ ਜੀ ਦਾ। ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਹੋ ਰਹੀ ਹੈ, ਇਹ ਕਾਰਜ ਸਤਿਗੁਰਾਂ ਦਾ ਸੀ, ਜਿਨ੍ਹਾਂ ਦਾ ਸੀ ਉਹਨਾਂ ਨੇ ਕਰ ਲਿਆ। ਮੈਂ ਮਾਨਸ ਆਪਣੇ ਆਪ ਨੂੰ ਵਿਨਿਮਰਤਾ ਸਹਿਤ ਕਹਿੰਦੇ ਹਨ, ਮੈਂ ਮਾਨਸ ਵਿਚਾਰਾ ਕੀ ਹਾਂ ਕਿ ਕੰਮ ਕਰ ਸਕਦਾ, ਇਹ ਸੇਵਾ ਕਰ ਸਕਦਾ। ਭਗਤ ਸੋਹਨ ਹਰਿ ਕੀ ਗੁਣ ਗਾਵੇ, ਸਦਾ ਕਰਹਿ ਜੈਕਾਰਾ ਰਾਮ। ਸਾਧ ਸੰਗਤ ਰੂਪੀ ਅੰਮ੍ਰਿਤ ਸਥਾਲ ਵਿੱਚ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਸ਼ੋਭਨੀਕ ਹੁੰਦੇ ਨੇ, ਔਰ ਉਹ ਭਗਤ ਇਕੱਤਰ ਹੋ ਕੇ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਭਗਤ ਸੋਹਨ ਹਰਿ ਕੇ ਗੁਣ, ਹਰੀ ਦੇ ਗੁਣ ਗਾਉਂਦੇ ਨੇ ਉਹ ਰੱਬ ਦੇ ਪਿਆਰੇ ਭਗਤ ਜਨ, ਔਰ ਸਦਾ ਹੀ ਸੰਗਤ ਵਿੱਚ ਇਕੱਤਰ ਹੋ ਕੇ ਉਹ ਆਪਣੇ ਮਾਲਕ ਦੀ ਜੈ ਜੈਕਾਰ ਦਾ ਨਾਦ ਉਚਾਰਦੇ ਨੇ। ਸਦਾ ਕਰਹਿ ਜੈਕਾਰਾ ਰਾਮ, ਸਦਾ ਹੀ ਜੈ ਜੈਕਾਰ ਕਰਦੇ ਨੇ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ 'ਚ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨ ਇਕੱਤਰ ਹੋ ਕੇ ਸदैव ਹੀ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਹਨ। ਤਿੱਥੇ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਦਾ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਰਾਤ ਨੂੰ ਸੁਖ ਆਸਣ ਦੀ ਸੇਵਾ ਤੋਂ ਬਾਅਦ ਸੰਗਤ ਤਾਂ ਬਾਕੀ ਚਲੀ ਜਾਂਦੀ ਹੈ, ਫਿਰ ਗੁਰਮੁਖ ਪਿਆਰੇ ਸੇਵਾਦਾਰ ਉੱਥੇ ਧੁਆਈ ਵਾਲੇ ਹਾਜ਼ਰ ਹੋ ਜਾਂਦੇ ਹਨ, ਫਿਰ ਵਿਛਾਈ ਵਾਲੇ ਹਾਜ਼ਰ ਹੋ ਜਾਂਦੇ ਹਨ। ਉਹ ਧੁਆਈ ਕਰਨ ਵਾਲੇ, ਵਿਛਾਈ ਕਰਨ ਵਾਲੇ ਜਿਹੜੇ ਗੁਰਸਿੱਖ ਨੇ, ਉਹ ਵੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦੇ, ਯਾਨੀ ਕਿ 24 ਘੰਟਿਆਂ ਵਿੱਚੋਂ ਇੱਕ ਵੀ ਐਸਾ ਛਣ ਨਹੀਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਨਿਰੰਕਾਰ ਪਰਮੇਸ਼ਰ ਦੀ ਕੀਰਤੀ ਨਾ ਹੋ ਰਹੀ ਹੋਵੇ। ਉੱਥੇ ਰੱਬ ਦੇ ਪਿਆਰੇ ਭਗਤ ਜਨ ਇਕੱਤਰ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦੇ ਹਨ, ਔਰ ਸਦਾ ਹੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਗੁਣ ਗਾਏ ਗੋਬਿੰਦ ਆਨੰਦ ਉਪਜੈ, ਸਾਧ ਸੰਗਤ ਸੰਗ ਬਣੀ। ਰੱਬ ਦੇ ਪਿਆਰੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਤਿਨਾਂ ਦੇ ਹਿਰਦੇ 'ਚ ਆਨੰਦ ਉਪਜਦਾ ਹੈ, ਆਨੰਦ। ਸਾਧ ਸੰਗਤ ਸੰਗ ਬਣੀ, ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਸਾਧ ਸੰਗਤ ਦੇ ਨਾਲ ਬਣੀ ਹੋਈ। ਸਾਧ ਸੰਗਤ ਦੇ ਸੰਗ ਨਾਲ ਤਿਨਾਂ ਗੁਰਮੁਖਾਂ ਦਾ ਮੇਲ ਹੈ। ਸਾਧ ਸੰਗਤ ਦੇ ਸੰਗ ਦੇ ਵਿੱਚੋਂ ਹੀ ਤਿਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਆਹਾ, ਜਿਨ੍ਹਾਂ ਨੇ ਉਦਮ ਕੀਤਾ ਇਸ ਤਾਲ ਨੂੰ ਬਣਾਉਣ ਦਾ, ਉਦਮ ਕਿਹਨਾਂ ਕੀਤਾ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ। ਉਹਨਾਂ ਕਿਹਾ ਗੁਰੂ ਰਾਮਦਾਸ ਜੀ ਨੂੰ ਜਾ ਕੇ, ਤੁਸੀਂ ਅੰਮ੍ਰਿਤਸਰ ਸਰੋਵਰ ਬਣਾਓ, ਸਰੋਵਰ ਦੀ ਸਥਾਪਨਾ ਕਰੋ। ਕਹਿੰਦੇ ਜਿਨ੍ਹਾਂ ਨੇ ਉਦਮ ਕੀਤਾ ਇਸ ਤਾਲ ਨੂੰ ਬਣਾਉਣ ਦਾ, ਉਹਨਾਂ ਦੀ ਉਪਮਾ ਕੀ ਕਰੀਏ? ਕਹਿੰਦੇ ਉਹਨਾਂ ਦੀ ਉਪਮਾ ਉਹਨਾਂ ਨੂੰ ਹੀ ਬਣ ਆਉਂਦੀ ਹੈ। ਕੀ ਕਹੀਏ ਉਹਨਾਂ ਦੀ ਉਪਮਾ ਵਿੱਚ? ਉਹਨਾਂ ਦੀ ਉਪਮਾ ਤਾਂ ਕਹੀ ਨਹੀਂ ਜਾ ਸਕਦੀ, ਬੇਅੰਤ ਹੈ। ਔਰ ਤਿਨਾਂ ਦੀ ਉਪਮਾ ਉਹਨਾਂ ਨੂੰ ਹੀ ਬਣ ਆਉਂਦੀ ਹੈ। ਫਿਰ ਜਿਨ੍ਹਾਂ ਨੇ ਸਾਧ ਸੰਗਤ ਕਰਨ ਦਾ ਇਹ ਉਦਮ ਕੀਤਾ ਹੈ, ਐਸਾ ਵੀ ਕਹਿੰਦੇ ਹਨ, ਸਾਧ ਸੰਗਤ ਕਰਨ ਦਾ, ਬਣਾਉਣ ਦਾ ਉਦਮ ਕੀਤਾ ਹੈ ਭਾਈ, ਉਹ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਭਜਨ ਕਰਨ ਦਾ ਉਦਮ ਕਰਨ ਵਾਲੇ ਗੁਰਮੁਖਾਂ ਦੀ ਉਪਮਾ ਕੀ ਕਰੀਏ?
ਉਹਨਾਂ ਦੀ ਵੀ ਉਪਮਾ ਨਹੀਂ ਕਹੀ ਜਾ ਸਕਦੀ, ਜਿਹੜੇ ਸਤ ਸੰਗਤ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰਦੇ ਹਨ। 68 ਤੀਰਥ ਪੁੰਨ ਕਰਿਆ ਮਹਾ ਨਿਰਮਲ ਚਾਰਾ। 68 ਤੀਰਥਾਂ ਦਾ ਇਸ਼ਨਾਨ, ਪੁੰਨ ਕਿਰਿਆਵਾਂ ਕਰਮ ਕਾਂਡ ਕਰਨੇ, ਮਹਾ ਨਿਰਮਲ ਆਚਰਣ, ਇਹ ਜਿਤਨੇ ਵੀ ਪੁੰਨ ਆਦਿ ਕਰਮ ਹਨ। ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ। ਅੰਮ੍ਰਿਤਸਰ ਚ ਚੁੱਭਾ ਲਾਉਂਦਿਆਂ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਸਾਰੇ ਪੁੰਨ, ਸਾਰੇ ਸ਼ੁਭ ਕਿਰਿਆਵਾਂ ਕਰਮ ਕਾਂਡਾਂ ਦਾ ਫਲ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਹੈ ਕਿ ਸਾਧ ਸੰਗਤ ਰੂਪੀ ਇਸ ਪਾਵਨ ਅੰਮ੍ਰਿਤ ਤਾਲ ਵਿੱਚ ਬੈਠ ਕੇ ਕਥਾ ਕੀਰਤਨ ਕਰਦਿਆਂ ਸੁਣਦਿਆਂ 68 ਤੀਰਥਾਂ ਦਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਵੱਖਰੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇੱਥੇ ਆ ਕੇ ਨਿਰਮਲ ਆਚਰਣ, ਸ੍ਰੇਸ਼ਟ ਆਚਰਣ ਜੋ ਹੈ ਸੰਗਤ ਵਿੱਚ ਆ ਕੇ ਹਾਸਲ ਹੋ ਜਾਂਦਾ, ਪ੍ਰਾਪਤ ਹੋ ਜਾਂਦਾ ਹੈ। ਹਿਰਦਾ ਸ਼ੁੱਧ ਹੋ ਜਾਂਦਾ, ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਮਨ ਪਵਿੱਤਰ ਹੋ ਜਾਂਦਾ, ਇਹਦੀ ਮੈਲ ਨਿਰਵਿਰਤ ਹੋ ਜਾਂਦੀ ਹੈ। ਮੇਰੇ ਸੁਆਮੀ ਦਾ ਬਿਰਦ ਹੈ ਪਤਿਤ ਪਾਵਨ, ਪਤਿਤਾਂ ਨੂੰ ਪਵਿੱਤਰ ਕਰਨਾ ਇਹ ਮੇਰੇ ਸੁਆਮੀ ਦਾ ਬਿਰਦ ਹੈ, ਪ੍ਰਣ ਹੈ। ਜਿਸ ਤਰ੍ਹਾਂ ਕਹਿੰਦੇ ਆ ਨਾ ਵੀ ਇਹ ਉਹਦੀ ਖਾਸੀਅਤ ਹੈ। ਖਾਸ ਗੁਣ ਕੀ ਹੈ ਮੇਰੇ ਮਾਲਕ ਦਾ ਕਿ ਉਹ ਸਾਡੇ ਜੇ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ, ਪਾਵਨ ਕਰਨ ਵਾਲਾ। ਐਸਾ ਜੋ ਮੇਰਾ ਸੁਆਮੀ ਪਤਿਤਾਂ ਨੂੰ ਪਾਵਨ ਕਰਨ ਵਾਲਾ, ਉਹਦਾ ਜਿਸ ਦਾ ਬਿਰਦ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਨੂੰ ਉਸੇ ਦੇ ਸ਼ਬਦ ਦਾ ਆਧਾਰ ਆਸਰਾ। ਨਾਨਕ ਸ਼ਬਦ ਆਧਾਰਾ, ਉਸ ਦੇ ਸ਼ਬਦ ਦਾ ਹੀ ਮੈਨੂੰ ਆਸਰਾ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕਵਣ ਕਰੀਜੈ ਰਾਮ। ਮੇਰਾ ਪ੍ਰਭੂ ਗੁਣਾਂ ਦਾ ਖਜ਼ਾਨਾ, ਸਾਰੇ ਗੁਣ ਮੇਰੇ ਮਾਲਕ ਵਿੱਚ ਹਨ। ਸਾਰੇ ਗੁਣਾਂ ਦੇ ਸਹਿਤ ਮੇਰਾ ਮਾਲਕ ਹੈ, ਪਰ ਮੈਂ ਹੀ ਔਗੁਣਾਂ ਦਾ ਭਰਿਆ ਹੋਇਆ ਹਾਂ। ਮੇਰੇ ਸੁਆਮੀ ਵਿੱਚ ਸਾਰੇ ਗੁਣ ਨੇ। ਉਹ ਸਾਰੇ ਜਗਤ ਦਾ ਕਰਤਾ ਹੈ, ਸਾਰੇ ਸੰਸਾਰ ਦਾ ਮਾਲਕ ਹੈ। ਏ ਮੇਰੇ ਸੁਆਮੀ ਮੈਂ ਤੇਰੀ ਕੀ ਉਸਤਤ ਕਰਾਂ। ਉਸਤਤ ਕੌਣ ਕਰੀਜੈ ਰਾਮ, ਹੈ ਰਾਮ ਤੇਰੀ ਮੈਂ ਕੀ ਉਸਤਤ ਕਰਾਂ, ਤੂੰ ਗੁਣਾਂ ਦਾ ਖਜ਼ਾਨਾ, ਸਾਰੇ ਜਗਤ ਦਾ ਕਰਤਾ ਹੈ। ਆਪ ਜੀ ਦੀ ਉਪਮਾ ਵਿੱਚ ਕੀ ਆਖੀਏ, ਕੀ ਕਹੀਏ ਮੇਰੇ ਸੁਆਮੀ ਜੀ। ਆਪ ਜੀ ਦੀ ਉਪਮਾ ਬੇਅੰਤ ਹੈ, ਬੇਅੰਤ ਹੈ, ਨਹੀਂ ਅੰਤ ਪਾਇਆ ਜਾ ਸਕਦਾ। ਮੇਰੇ ਸੁਆਮੀ ਦੀ ਉਸਤਤ ਬੇਅੰਤ ਹੈ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਸੰਤ ਜਨਾਂ ਦੀ ਬੇਨਤੀ ਹੈ, ਸੰਤ ਜਨਾਂ ਦੀ ਪੁਕਾਰ ਹੈ ਆਪ ਜੀ ਦੇ ਚਰਨਾਂ ਵਿੱਚ। ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਮਹਾਰਸ ਪ੍ਰਦਾਨ ਕਰੋ। ਨਾਮ ਮਹਾਰਸ ਦੀਜੈ ਰਾਮ। ਮਹਾਰਾਜ ਆਪਣੇ ਅੰਮ੍ਰਿਤ ਨਾਮ ਦਾ ਮਹਾਰਸ ਉਹ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਮੇਰੇ ਸੁਆਮੀ ਜੀ, ਮੇਰੇ ਮਾਲਕ ਜੀ। ਇਹ ਸਾਡੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਾਮ ਦਾ ਰਸ ਦੁਨੀਆ ਦੇ ਸਾਰੇ ਰਸਾਂ 'ਚੋਂ ਸ਼੍ਰੋਮਣੀ ਰਸ ਹੈ। ਕਿਰਪਾ ਕਰਕੇ ਸਾਨੂੰ ਆਪਣੇ ਭਜਨ ਦਾ, ਨਾਮ ਦਾ ਰਸ ਬਖਸ਼ੋ। ਨਾਮ ਦੀਜੈ ਦਾਨ ਕੀਜੈ, ਵਿਸਰਣਾਹੀ ਇਕ ਖਿਨੋ। ਮਹਾਰਾਜ ਸਾਨੂੰ ਆਪਣੇ ਨਾਮ ਦਾ ਦਾਨ ਕਰੋ। ਨਾਮ ਦੀਜੈ, ਨਾਮ ਦਿਓ, ਦਾਨ ਕੀਜੈ, ਸਾਨੂੰ ਦਾਨ ਦਿਓ। ਬਿਸਰਨਾਹੀ ਇਕ ਖਿਨੋ, ਇੱਕ ਖਿਨ ਮਾਤਰ ਵੀ ਸੁਆਮੀ ਜੀ ਸਾਡੇ ਹਿਰਦੇ ਚੋਂ ਨਾ ਵਿਸਰੋ, ਸਾਨੂੰ ਇਹ ਦਾਨ ਬਖਸ਼ ਦਿਓ। ਇੱਕ ਖਿਨ ਮਾਤਰ ਦਾ ਸਮਾਂ ਵੀ ਹਿਰਦੇ ਚੋਂ ਨਾ ਵਿਸਰੋ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਮਹਾਰਾਜ ਇੱਕ ਖਿਨ ਮਾਤਰ ਦਾ ਸਮਾਂ, ਇੱਕ ਨਿਮਖ ਮਾਤਰ ਦਾ ਸਮਾਂ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ। ਐਸਾ ਦਾਨ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ੋ। ਇਹ ਦਾਨ ਗੁਰਸਿੱਖ ਗੁਰੂ ਚਰਨਾਂ ਚੋਂ ਮੰਗਦੇ ਹਨ ਕਿ ਮਹਾਰਾਜ ਨਾ ਭੁੱਲੀ, ਨਾ ਭੁਲਾਈ, ਨਾ ਵਿਸਰੀ, ਨਾ ਵਿਸਾਰੀ। ਮਹਾਰਾਜ
ਨਾ ਭੁੱਲਿਓ ਤੇ ਨਾ ਭੁਲਾਇਓ, ਚੇਤੇ ਰਹਿਓ ਸਾਡੀ ਸੁਰਤ ਵਿੱਚ। ਸदैवी ਯਾਦ ਤੁਹਾਡੀ ਸਾਡੇ ਹਿਰਦੇ 'ਚ ਬਣੀ ਰਹੇ। ਇਹ ਸਵਾਸ ਮਣਕੇ ਬਣ ਜਾਣ ਤੇ ਹਰ ਇੱਕ ਸਵਾਸ ਦੇ ਮਣਕੇ ਤੇ ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪੀਏ ਹਰ ਸਾਹ ਨਾਲ। ਐਸੀ ਦਾਤ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਖਸ਼ ਕੇ ਨਿਵਾਜੋ ਦਇਆਨਿਧ ਸੁਆਮੀ। ਬਿਸਰ ਨਾਹੀ ਇੱਕ ਖਿਨੋ, ਇੱਕ ਖਿਨ ਮਾਤਰ ਦਾ ਸਮਾਂ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨਦਿਨੋ। ਉਹ ਗੋਪਾਲ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣ ਵਾਲਾ, ਗੋ ਨਾਮ ਬਾਣੀ ਦਾ ਵੀ ਹੁੰਦਾ, ਪਾਲ ਨਾਮ ਪਾਲਣ ਦਾ। ਜਿਹੜਾ ਸਾਡੀ ਬਾਣੀ ਨੂੰ ਪਾਲਣ ਵਾਲਾ, ਜੋ ਅਸੀਂ ਬੋਲਦੇ ਹਾਂ ਇਹਦੇ 'ਚ ਜਿਹੜੀ ਚੇਤਨਤਾ ਭਰੀ ਆ ਪਰਮੇਸ਼ਰ ਨੇ ਭਰੀ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਗੋਪਾਲ। ਐਸਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਭਾਈ ਉਹਦੇ ਗੁਣ ਆਪਣੀ ਰਸਨਾ ਤੋਂ ਉਚਰੋ। ਗੁਣ ਗੋਪਾਲ ਉਚਰ ਰਸਨਾ, ਆਪਣੀ ਰਸਨਾ ਨਾਲ ਤਿਸ ਦੇ ਗੁਣ ਕਹੋ। ਸਦਾ ਗਾਈਐ ਅਨ ਦਿਨੋਂ, ਸਦਾ ਹੀ ਗਾਓ, ਰਾਤ ਦਿਨ ਗਾਓ ਉਸ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ। ਕਿਉਂਕਿ ਜਿਹੜਾ ਜਿਹੜਾ ਗੁਣ ਵੀ ਤਿਸ ਦਾ ਗਾਓਗੇ, ਉਹਦਾ ਲਾਭ ਇਹ ਹੋਵੇਗਾ ਕਿ ਉਹ ਗੁਣ ਤੁਹਾਡੇ ਅੰਦਰ ਵਸਦਾ ਚਲਾ ਜਾਏਗਾ। ਜਿਹੜਾ ਗੁਣ ਵੀ ਪਰਮੇਸ਼ਰ ਦਾ ਕਹੋਗੇ, ਗਾਓਗੇ, ਉਹ ਗੁਣ ਤੁਹਾਡੇ ਅੰਦਰ ਆ ਵਸੇਗਾ। ਦਿਆਲੂ ਕਹਿ ਕੇ ਅਰਾਧੋਗੇ, ਤੁਹਾਡਾ ਹਿਰਦਾ ਦਿਆਲੂ ਹੋ ਜਾਏਗਾ। ਸੰਤੋਖੀ ਕਹਿ ਕੇ ਪਰਮੇਸ਼ਰ ਨੂੰ ਅਰਾਧੋਗੇ, ਤੁਹਾਡਾ ਹਿਰਦਾ ਸੰਤੋਖ ਸਹਿਤ ਹੋ ਜਾਏਗਾ। ਤੋ ਜਿਹੜਾ ਜਿਹੜਾ ਵੀ ਗੁਣ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਕਹੋਗੇ, ਉਹ ਗੁਣ ਤੁਹਾਡੇ ਹਿਰਦੇ 'ਚ ਆ ਵਸਣਗੇ। ਇਹ ਲਾਭ ਹੈ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨ ਦਾ। ਪਰਮਾਤਮਾ ਨੂੰ ਆਪਣੇ ਗੁਣ ਗਵਾਉਣ ਦਾ ਸ਼ੌਂਕ ਨਹੀਂ ਹੈ, ਚਾਹੋ ਨਹੀਂ ਕਿ ਮੇਰੇ ਕੋਈ ਗੁਣ ਗਾਵੇ। ਉਹ ਇਸ ਕਰਕੇ ਗਵਾਉਂਦਾ ਕਿ ਜਿਹੜੇ ਗੁਣ ਇਹ ਜੀਵ ਮੇਰੇ ਗਾਉਣਗੇ, ਉਹ ਗੁਣ ਇਹਨਾਂ ਦੇ ਹਿਰਦੇ ਵਿੱਚ ਵਸ ਜਾਣਗੇ, ਸਮਾ ਜਾਣਗੇ। ਰਾਤ ਦਿਨ ਅੱਠੇ ਪਹਿਰ ਨਿਰੰਤਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਇਨ ਕਰੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਜਿਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਲੱਗੀ ਹੈ, ਨਿਰੰਕਾਰ ਦੇ ਨਾਮ ਦਾ ਪ੍ਰੇਮ ਲੱਗਾ ਹੈ, ਜਿਨ੍ਹਾਂ ਦੇ ਹਿਰਦੇ 'ਚ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਾਹਿਬ ਦੇ ਅੰਮ੍ਰਿਤ ਨਾਮ ਦੀ ਪ੍ਰੀਤ ਲੱਗੀ ਹੈ, ਉਹਨਾਂ ਦਾ ਮਨ ਔਰ ਤਨ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਭਿੱਜ ਜਾਂਦਾ ਹੈ। ਮਨ ਤਨ ਅੰਤਰ ਭੀਜੈ, ਉਹਨਾਂ ਦਾ ਹਿਰਦਾ ਭਿੱਜਿਆ ਰਹਿੰਦਾ, ਯਾਨੀ ਕਿ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਉਹ ਗੁਰਮੁਖ ਜਨ ਰੰਗੇ ਰਹਿੰਦੇ ਹਨ। ਇਹ ਐਸਾ ਭਿੱਜਣਾ ਹੈ, ਇੱਕ ਐਸਾ ਸਿੰਚਣਾ ਹੈ, ਉਸ ਨਾਮ ਅੰਮ੍ਰਿਤ ਦੇ ਜਲ ਵਿੱਚ ਉਹਨਾਂ ਗੁਰਮੁਖਾਂ ਦੇ ਹਿਰਦੇ ਸਿੰਚੇ ਰਹਿੰਦੇ ਹਨ। ਉੱਥੇ ਕਦੇ ਸੋਕਾ ਨਹੀਂ ਹੁੰਦਾ, ਉੱਥੇ ਸਦਾ ਹਰਿਆਵਲ, ਸਦਾ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ। ਬਿਨਵੰਤ ਨਾਨਕ ਯਸ਼ ਪੁੰਨੀ, ਭੇਖ ਦਰਸ਼ਨ ਜੀਜੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਮੇਰੀ ਇੱਛਾ ਪੂਰਨ ਕਰ ਦਿਓ ਮਹਾਰਾਜ। ਮੇਰੀ ਇੱਛਾ ਇਹ ਹੈ ਕਿ ਆਪ ਜੀ ਦੇ ਦਰਸ਼ਨ ਕਰ ਕਰ ਜੀਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ